ਸੋਰਠ ਮਹਿਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ। ਗੁਰ ਪੂਰੈ ਮੀਠਾ ਲਾਇਆ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਘਰੇ ਕਰਾਇਆ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਧ ਰਖਾਇਆ। ਆਪੇ ਹੀ ਭਾਉ ਪਾਇੰਦਾ ਪਿਆਰਾ, ਬਨ ਬੱਕਰੀ ਸ਼ੀਂਹ ਹੰਡਾਇਆ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਆਪੇ ਮਾਰ ਜੀਵਾਇਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰੈ ਲਾਇਆ। ਜਿਉ ਆਪ ਚਲਾਏ, ਤਿਉ ਚਲੀਐ ਪਿਆਰੇ। ਜਿਉ ਹਰ ਪ੍ਰਭ ਮੇਰੇ ਭਾਇਆ, ਆਪੇ ਜੰਤੀ ਜੰਤ ਹੈ ਪਿਆਰਾ। ਜਨ ਨਾਨਕ ਵਜਹਿ ਵਜਾਇਆ। ਜਿਉ ਆਪ ਚਲਾਏ, ਤਿਉ ਚਲੀਐ ਪਿਆਰੇ। ਜਿਉ ਹਰ ਪ੍ਰਭ ਮੇਰੇ ਭਾਇਆ, ਆਪੇ ਜੰਤੀ ਜੰਤ ਹੈ ਪਿਆਰਾ। ਜਨ ਨਾਨਕ ਵਜਹਿ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਮਹਾਰਾਜ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ,
ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਅੱਜ ਵੀ ਬਖਸ਼ਿਸ਼ ਭਰਿਆ ਬਚਨ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ। ਕਿਤੇ ਅਸੀਂ ਅਰਦਾਸ ਕਰ ਸਕੀਏ, ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ, ਹਮ ਬਾਰਿਕ ਤੁਮਰੇ ਤਾਰੇ। ਇਹ ਅਰਦਾਸ ਹਮਾਰੀ ਸੁਆਮੀ ਬਿਸਰ ਨਾਹੀ ਸੁਖ ਦਾਤੇ। ਸਾਡੀ ਅਰਦਾਸ ਹਿਰਦਿਆਂ 'ਚ ਟਿਕ ਜਾਏ, ਸਾਨੂੰ ਵਿਸ਼ਵਾਸ ਬਣ ਜਾਏ, ਔਰ ਇਹੀ ਵਿਸ਼ਵਾਸ ਸਾਨੂੰ ਦ੍ਰਿੜ ਕਰਨਾ ਹੈ। ਸਤ ਸੰਗਤ ਵਿੱਚ ਆਉਣ ਦਾ ਮਕਸਦ ਹੀ ਇਹ ਹੈ ਕਿ ਅਸੀਂ ਆਪਣੇ ਗੁਰੂ ਕੇ ਸ਼ਬਦ 'ਤੇ ਭਰੋਸਾ ਕਰ ਸਕੀਏ। ਪਿਆਰ ਦੇ ਨਾਲ ਜਿੱਥੇ ਪਠਨ ਪਾਠਨ ਪੜ੍ਹਨਾ ਸੁਣਨਾ ਕਰਦੇ ਹਾਂ, ਉਹਦੇ ਵਿੱਚ ਜੋ ਮਹਾਰਾਜ ਸਾਨੂੰ ਉਪਦੇਸ਼ ਕਰਦੇ ਨੇ, ਉਸ ਉਪਦੇਸ਼ ਨੂੰ ਅਸੀਂ ਆਤਮਸਾਤ ਕਰ ਸਕੀਏ ਅਤੇ ਫਿਰ ਜਿਤਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਮੰਨ ਸਕੀਏ। ਕਿਉਂਕਿ ਜਿਤਨਾ ਅਸੀਂ ਮੰਨ ਲਵਾਂਗੇ ਉਤਨਾ ਹੀ ਸਾਡਾ ਅੰਤःਕਰਨ, ਜਿਹਨੂੰ ਆਪਾਂ ਚਿੱਤ ਕਹਿੰਦੇ ਪੰਜਾਬੀ 'ਚ, ਉਨਾ ਹੀ ਸਾਡਾ ਚਿੱਤ ਨਿਰਮਲ ਹੋ ਜਾਏਗਾ। ਅਤੇ ਜਿਤਨਾ ਚਿੱਤ ਨਿਰਮਲ ਹੋ ਗਿਆ ਉਨਾ ਹੀ ਸ਼ਾਂਤ ਹੋ ਜਾਏਗਾ, ਉਨੀ ਸਾਨੂੰ ਸ਼ਾਂਤੀ ਮਿਲੇਗੀ। ਪਰ ਆਮ ਤੌਰ 'ਤੇ ਅਸੀਂ ਐਸਾ ਕਰ ਨਹੀਂ ਪਾ ਰਹੇ। ਬਾਅਦ ਵਿੱਚ ਕਹਿੰਦੇ ਹਾਂ ਕਿ ਸਾਡਾ ਚਿੱਤ ਸ਼ਾਂਤ ਨਹੀਂ, ਕੀ ਕਰੀਏ, ਬੜੀ ਬੇਚੈਨੀਆਂ ਨੇ। ਅਤੇ ਭਾਈ ਬੇਚੈਨੀਆਂ ਅਤੇ ਅਸ਼ਾਂਤੀ ਤਾਂ ਅਸੀਂ ਆਪ ਇਕੱਠੀ ਕੀਤੀ ਹੁੰਦੀ ਨਾ। ਅਸੀਂ ਆਪ ਕੁਝ ਚੀਜ਼ਾਂ ਨੂੰ ਛੱਡ ਨਹੀਂ ਪਾ ਰਹੇ। ਛੱਡ ਦਿਆਂਗੇ ਤਾਂ ਸੌਖੇ ਹੋ ਜਾਵਾਂਗੇ। ਉਹਦੇ ਵਾਸਤੇ ਸਾਨੂੰ ਇੱਕ ਜਿਹੜੀ ਸਮਝ ਚਾਹੀਦੀ ਹੈ, ਜੇ ਬੋਧ ਚਾਹੀਦਾ, ਗਿਆਨ ਚਾਹੀਦਾ, ਉਹੀ ਲੜੀਵਾਰ ਪਾਵਨ ਬਚਨਾਂ 'ਚੋਂ ਬਾਰ-ਬਾਰ ਸਾਨੂੰ ਜੁਗਤ ਦਿੰਦੇ ਨੇ। ਅਸੀਂ ਲੜੀਵਾਰ ਬਚਨ ਜਦੋਂ ਪੜ੍ਹਦੇ ਹਾਂ ਤਾਂ ਭਾਵ ਇਹ ਨਹੀਂ ਕਿ ਅਸੀਂ ਕੋਈ ਨੰਬਰ ਪਾਸ ਕਰਨੇ ਨੇ, ਵੀ ਇਤਨੇ ਦਿਨਾਂ 'ਚ ਇੰਨੇ ਸ਼ਬਦ ਆਪਾਂ ਕਰ ਲਏ ਜੀ, ਦੇਖੋ ਇੰਨੇ ਅੰਕ ਪਾਸ ਕਰਤੇ। ਯਤਨ ਹੈ ਕਿ ਹੌਲੀ ਹੌਲੀ ਤੁਕ ਬਾਈ ਤੁਕ ਸਮਝ ਸਕੀਏ ਮਹਾਰਾਜ ਕਹਿ ਕੀ ਰਹੇ ਨੇ, ਅਤੇ ਜੋ ਮਹਾਰਾਜ ਕਹਿ ਰਹੇ ਨੇ ਉਸ ਨੂੰ ਅਸੀਂ ਸੁਣ ਸਕੀਏ, ਸਮਝ ਸਕੀਏ, ਸੁਣ ਕੇ ਸਮਝ ਕੇ ਮੰਨ ਸਕੀਏ। ਪਿਆਰਾ ਜਿਹਾ ਬਚਨ ਸੁਣਿਆ, ਮੰਨਿਆ, ਮਨ ਕੀਤਾ ਭਾਵ। ਜਿਨ੍ਹਾਂ ਨੇ ਗੁਰੂ ਬਚਨ ਨੂੰ ਸੁਣਿਆ, ਸੁਣ ਕੇ ਉਹਨੂੰ ਮੰਨ ਲਿਆ, ਅਤੇ ਮੰਨਣ ਤੋਂ ਬਾਅਦ ਤੀਜੀ ਅਵਸਥਾ ਦੀ ਭਾਵ ਸਹਿਤ ਉਸ ਨੂੰ ਕਮਾਉਣਾ। ਭਾਵ ਦਾ ਮਤਲਬ ਹੀ ਹੁੰਦਾ ਹੈ ਉਹਨੂੰ ਭਾਵਨਾਵਾਂ ਤੱਕ ਲੈ ਕੇ ਜਾਣਾ, ਹਿਰਦੇ ਤੱਕ ਪਹੁੰਚ ਜਾਏ। ਗੁਰੂ ਮਹਾਰਾਜ ਕਹਿ ਰਹੇ ਨੇ, ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ, ਹਮ ਬਾਰਕ ਤੁਮਰੇ ਧਾਰੇ। ਇਹ ਗੱਲ ਸਾਡੇ ਚਿੱਤ 'ਚ ਆ ਜੇ, ਕਹਿ ਸਕੀ ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇਹ ਸੱਚੇ ਪਾਤਸ਼ਾਹ ਤੁਸੀਂ ਬੇਸ਼ੁਮਾਰ ਹੋ, ਬੇਅੰਤ ਹੋ, ਤੁਹਾਡਾ ਅੰਤ ਨਹੀਂ ਪਾ ਸਕਦੇ। ਅਤੇ ਇਸੇ ਗੱਲ ਨੂੰ ਕਿਤੇ ਟਿਕ ਚਾਹੀਏ ਤਾਂ ਲੜੀ ਵਿੱਚ ਜੋ ਵਿਚਾਰ ਚੱਲ ਰਹੀ ਉਹ ਸਾਨੂੰ ਹੋਰ ਸਪਸ਼ਟ ਹੋ ਜਾਏਗੀ। ਕੱਲ੍ਹ ਤੱਕ ਅਸੀਂ ਵਾਚ ਰਹੇ ਸਾਂ ਕਿ ਕਰਤਾ ਪੁਰਖ ਵਾਹਿਗੁਰੂ ਜੀ ਆਪ ਹੀ ਆਪ ਹੈ। ਪਿਛਲੇ ਕਈ ਦਿਨਾਂ ਤੋਂ ਚੌਥੇ ਪਾਤਸ਼ਾਹ ਮਹਾਰਾਜ ਦੇ ਅੰਮ੍ਰਿਤਮਈ ਬਚਨ ਜਿਹੜੇ ਰਾਗ ਸੂਰਠ ਵਿੱਚ ਪੜ੍ਹੇ ਜਾਂਦੇ ਨੇ,
और ये बड़ा कॉमन वचन है, आपे कंडा तोल तराजी प्रभापे तोल तोलाया, आपे शाह आपे वणजारा। ये सारा कुछ करता पुरख की अपनी रचना है, वो आप वरत रहे है, वो आप अपने हुक्म च कर रहे है। तो कल असीं बात रहे सां अपने हुक्म दे विच उसने ऐसी कला बना दी है कि जिवें बकरी ते शेर नूं इकट्ठे बन दिता होवे। वचन सी ना, आपे ही भाव पाइंदा प्यारा, बन बकरी शींह हंडाया। दुनियावी तौर ते बकरी अते शेर इकट्ठे नहीं रह सकते, क्योंकि शेर की खुराक है बकरी, तो सुभाविक इकट्ठे रहना मुश्किल है। पर हुक्म दे विच वरते तो फिर इकट्ठे रह लेंदे ने। और ऐसे संसार च कई दृष्टांत मिलते हैं जिथे ये चीज़ां इकट्ठियां हो जांदियां। हुण असीं वेखांगे क्यों, क्योंकि करते दा हुक्म वरत जांदा है। आम तौर से देखांगे कि बिल्ली अते निके निके चूजे इकट्ठे नहीं रह सकते, जो खुराक है। कुत्ता ते बिल्ली इकट्ठे नहीं रह सकते, झगड़ा है उन्हां दा। पर देखिया जिथे प्रेम वरत जाए उत्थे तिन्ने ही इकट्ठे बैठ जाते हैं। कुकर भी इकट्ठा बैठ जाता है, बिल्ली भी इकट्ठी नाल बैठ जाती है। तो निके निके घरां दे चूजे जिहड़े ने, लोग घरां च मुर्गियां कुकड़ियां पालते हैं, इन्हां दे चूजे उन्हां दे उत्ते खेल लेंदे ने। पर पुछिए ऐसा संभव है? हाँ जी संभव है। पता कदों? जदों उत्थे प्रेम की कला वरत रही होवे। सुते सिद्ध ये चीज़ां संभव ने। और संसार च ऐसी मित्रतावां, ऐसी दोस्तियां गाहे बगाहे कुदरत विच देखण नूं मिलदियां ने। उन्हां दा जिक्र महाराज कहंदे भी संसार विच चेता रखना असंभव कुछ भी नहीं है, क्योंकि सब कुछ मालिक दे हाथ विच है। ये सानू हौली हौली समझ आएगा कि साडे सारिਆਂ दे पिछे एक ताकत वरत रही है, जिन्हों हुक्मी सत्ता कहने आ, जिन्हों गुरु नानक पातशाह साहब जी कहते हैं हुक्म है अंदर सब को। साडे चों हर कोई जी उसे ही हुक्मी सत्ता के मुताबिक काम करता पे। अगे जाके पाठ करने वाले को पता होएगा, क्योंकि आप तो सहज पाठ करते हो। बड़ा प्यारा बचन है, साडी हालात साडी हैसियत किन्नी कु है, असी किस तरह काम करते हैं। आपां तो सोची जाने कि देखो मैं ही चौधरी आ, मैं ही काम करदा, मैं ही बोलदा, मैं ही सुनदा। पर महाराज कहने लगे नहीं, जे सुनने वाला सुनना चाहुंदा तो सुनिया जा सकता है, जे बोलने वाला बोलना चाहुंदा तो बोलिया जा सकता है। जे पिछलों जो हुक्मी सत्ता है उहदे चों बोलण की समर्था सानू ना मिले तो असीं एक अखर नहीं बोल सकते, नहीं सुनिया जा सकता। साडी हालत है काठ की पुतरी, कहाँ करे बपुरी, खिलावन हारो जानै, जैसो भेख करावे बाजीगर, वो तैसो ही साजिया ने। असी पढ़ते ना, माटी को पुतरा कैसे नचत है, ये है तो माटी को पुतला ना। पर साडे विचों ने जीवन सत्ता पाई, जीवन चेतना पाई। जीवन चेतना के सदके सानू दुख सुख का एहसास होया, सर्दी गर्मी की गल पता लगा, चंगे ते मंदे की व्याख्यावां समझ आईयां। पर करता पुरख ही है ना, कईयां नूं ऐसी मत बुद्ध नहीं देंदा, उन्होंने चंगे ते मंदे की तमीज़ नहीं मिलती, उन्होंने दुख ते सुख का एहसास भी कईयां नूं नहीं हुंदा। कईयां नूं केवल ते केवल अपना ही सुझदा है, दूजे का दुख सुख का एहसास ही नहीं। अजकल शब्द है फीलिंग लैस। कुछ लोग ऐसे हैगे ने जो फीलिंग लैस ने, दूजे की फीलिंग्स की कोई परवाह ही नहीं उन्होंने। पर कुछ लोग ऐसे ने जो मनुखों की फीलिंग तो बड़ी दूर, पशु पक्षी जगत दुनिया की फीलिंग भी लेंदे ने, भाई उसनूं दुख हो रहा है। ये सब कुछ करते दी असीम हुक्मी सत्ता के सदके है, उही चाहते ने ते करते हैं। और यही असीं हौली हौली समझना है कि करता पुरख ही अपनी हुक्मी ताकत वरतांदे ने ते जीवन दे विच विरोधी तत्त इकट्ठे हो जाते हैं। जिवें उदाहरण तौर ते महाराज ने कहा ना, बन बकरी शींह हंडाया, बकरी ते शेर इकट्ठे कर दिते। भाव विरोधी ने एक दूजे दे, खुराक ने एक दूजे दे, पर हुक्म दे विच उन्हें प्रकृति विच बन दिता। हुण
ਸਮਝਾਂਗੇ ਕਿਵੇਂ ਇਕੱਠਾ ਕੀਤਾ ਉਹਨੇ। ਸੰਸਾਰ ਵਿੱਚ ਲੱਕੜਾਂ ਤੇ ਅੱਗ ਇਕੱਠੇ ਨਹੀਂ ਰਹਿ ਸਕਦੇ ਨਾ। ਅੱਗ ਬਲਦੀ ਹੈ ਤੇ ਲੱਕੜਾਂ ਮੁੱਕਦੀਆਂ ਨੇ, ਕਿਉਂਕਿ ਲੱਕੜਾਂ ਅੱਗ ਦੀ ਖੁਰਾਕ ਹੈ। ਜਿਤਨਾ ਵੀ ਇਹੋ ਜਿਹਾ ਖੁਸ਼ਕ ਪਦਾਰਥ ਨੂੰ ਆਪਾਂ ਈਂਧਨ ਕਹਿੰਦੇ, ਬਾਲਣ ਕਹਿੰਦੇ ਪੰਜਾਬੀ 'ਚ, ਜੋ ਬਾਲਣ ਹੈ ਉਹ ਅੱਗ ਦੀ ਖੁਰਾਕ ਹੈ। ਪਰ ਅੱਗੇ ਜਾ ਕੇ ਪਤਾ ਲੱਗਦਾ ਹਰ ਬਾਲਣ ਦੇ ਵਿੱਚ ਅੱਗ ਬੈਠੀ ਹੈ। ਇਹ ਤਾਂ ਫਿਰ ਹੋਈ ਗਾ ਨਾ ਬੱਕਰੀ ਛੀ। ਹੁਣ ਉਹਦੇ ਵਿੱਚ ਬੈਠੀ ਹੋਈ ਕਾਸ਼ਟ ਦੇ ਵਿੱਚ, ਲੱਕੜ ਦੇ ਵਿੱਚ ਅੱਗ ਕਰਤੇ ਨੇ ਟਿਕਾ ਦਿੱਤੀ ਨਾ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਵੀ ਲੱਕੜ ਆਪ ਹੈ, ਕਿਉਂਕਿ ਸੰਸਾਰ ਦਾ ਬਹੁਤ ਸਾਰਾ ਜੋ ਦਿਸਣ ਵਾਲਾ ਸੰਸਾਰੀ ਢਾਂਚਾ ਹੈ ਉਹ ਸਾਡੇ ਦ੍ਰਿਸ਼ਟੀਗੋਚਰ ਜੋ ਹੁੰਦਾ ਲੱਕੜਾਂ ਤੋਂ ਬਣਿਆ। ਅੱਜ ਜਿਤਨਾ ਵੀ ਸੰਸਾਰ ਦਾ ਪਦਾਰਥ ਹੈ, ਸਾਨੂੰ ਸੰਸਾਰ ਦਾ ਦਿਸਣਹਾਰਾ, ਅੱਜ ਕੱਲ੍ਹ ਆਪਾਂ ਸਟਰਕਚਰ ਸ਼ਬਦ ਵਰਤ ਲੈਂਦੇ ਹਾਂ, ਢਾਂਚਾ ਹੈ। ਇਹਦੇ ਵਿੱਚ ਲੱਕੜ ਅਤੇ ਮਿੱਟੀ ਦਾ ਇਹ ਬਦਲਵਾਂ ਇੱਟਾਂ ਅਤੇ ਪੱਥਰ ਨੇ। ਲੱਕੜ ਅਤੇ ਮਿੱਟੀ ਦੇ ਨਾਲ ਹੀ ਸਾਡੇ ਘਰ, ਮਕਾਨ, ਸ਼ਹਿਰ ਸਭ ਕੁਝ ਬਣਿਆ। ਬੜਾ ਵੱਡਾ ਹਿੱਸਾ ਲੱਕੜ ਦਾ ਹੈ। ਪਰ ਪਤਾ ਹੈ ਲੱਕੜ ਇਹਦੇ ਵਿੱਚ ਅੱਗ ਹੈ। ਮਹਾਰਾਜ ਕਹਿਣ ਲੱਗੇ ਇਹ ਲੱਕੜ ਆਪ ਹੈ, ਪਦਾਰਥ ਆਪ ਹੈ, ਜੋ ਦ੍ਰਿਸ਼ਮਾਨ ਆਪ ਹੈ। ਅੱਗ ਦਿਸਦੀ ਨਹੀਂ, ਉਹ ਵੀ ਆਪ ਹੈ, ਕਿਉਂਕਿ ਹੈ ਤੇ ਆਪ ਹੀ ਨਾ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਹੁਣ ਜਦੋਂ ਕਰਤੇ ਦੀ ਆਪਣੀ ਕਲਾ ਵਰਤਦੀ ਹੈ, ਆਪ ਵਰਤਦਾ ਹੈ, ਤੇ ਉਹਦੇ ਭੈ ਦੇ ਸਦਕੇ, ਉਸ ਭੈ ਵਿੱਚ ਜਿਹਦਾ ਜ਼ਿਕਰ ਅਸੀਂ ਆਸਾ ਕੀ ਵਾਰ 'ਚ ਕੀਰਤਨ ਦੇ ਰਾਹੀਂ ਪੜ੍ਹਦੇ ਹਾਂ, ਭੈ ਵਿੱਚ ਅਗਨ ਕੱਢੈ ਵੇਕਾਰ, ਭੈ ਵਿੱਚ ਧਰਤੀ ਦਬੀ ਭਾਰ, ਅਸੀਂ ਪੜ੍ਹਦੇ ਹਾਂ ਨਾ। ਇਹ ਭੈ ਵਿੱਚ ਹੈ, ਅਤੇ ਜਦੋਂ ਕਰਤੇ ਦੇ ਭੈ ਦੇ ਵਿੱਚ ਹੈ ਤੇ ਫਿਰ ਭੈ ਦੇ ਸਦਕੇ ਹੀ ਇਹ ਅੱਗ ਲੱਕੜ ਨੂੰ ਸਾੜਦੀ ਨਹੀਂ ਹੈ। ਆ ਸਾਰਾ ਸੰਸਾਰ ਦਾ ਜਿਤਨਾ ਵੀ ਸਾਡਾ ਸਾਊ ਸਮਾਜ ਹੈ ਨਾ, ਇਹ ਕਿਸੇ ਭੈ ਦੇ ਸਦਕੇ ਇੱਕ ਦੂਜੇ ਦਾ ਇੱਜ਼ਤ ਮਾਣ ਕਰਦਾ ਹੈ। ਅਸੀਂ ਘਰ ਪਰਿਵਾਰ 'ਚ ਵੇਖਦੇ ਹਾਂ ਮਾਪਿਆਂ ਦਾ ਭੈ, ਅਸੀਂ ਮਾਪਿਆਂ ਦੀ ਇੱਜ਼ਤ ਕਰਦੇ ਰਹੇ। ਅਧਿਆਪਕਾਂ ਦਾ ਭੈ, ਅਧਿਆਪਕਾਂ ਦੀ ਇੱਜ਼ਤ ਕਰਦੇ ਰਹੇ। ਸਮਾਜ 'ਚ ਵਡੇਰਿਆਂ ਦਾ ਭੈ, ਵਡੇਰਿਆਂ ਦੀ ਇੱਜ਼ਤ ਕਰਦੇ ਹਾਂ। ਅਗਾਂਹ ਸਾਡੇ ਜੋ ਆਉਣ ਵਾਲੀ ਸੰਤਾਨਾਂ ਨੇ, ਪੀੜ੍ਹੀਆਂ ਨੇ, ਜਿਹੜੀਆਂ ਸਾਡਾ ਭੈ ਮੰਨਦੀਆਂ ਨੇ ਉਹ ਇੱਜ਼ਤ ਕਰਦੀਆਂ ਨੇ। ਅਤੇ ਜਿਹੜਾ ਬੰਦਾ, ਕੋਈ ਬੱਚਾ ਜਾਂ ਸਿਆਣਾ ਜਾਂ ਵੱਡਾ, ਅਗਰ ਦੂਜੇ ਦਾ ਭੈ ਨਹੀਂ ਮੰਨਦਾ, ਉਹਦੀ ਇੱਜ਼ਤ ਵੀ ਨਹੀਂ ਕਰਦਾ। ਕਿਉਂਕਿ ਸੰਸਾਰ ਦਾ ਇੱਕ ਸਿਲਸਿਲਾ ਹੀ ਐਸਾ ਚੱਲਦਾ ਹੈ। ਇਹ ਭੈ ਕੇਵਲ ਦੁਨਿਆਵੀ ਡਰ ਹੀ ਨਹੀਂ ਗਾ, ਇਹ 'ਚ ਅਦਬ ਵੀ ਸ਼ਾਮਲ ਹੈ। ਇਸੇ ਕਰਕੇ ਗੁਰਬਾਣੀ 'ਚ ਡਰ, ਭੈ ਅਤੇ ਭਾਓ, ਇਹ ਨਿੱਕੇ ਨਿੱਕੇ ਭੇਤ ਪਾ ਦਿੱਤੇ ਨੇ। ਇਹਨਾਂ ਦਾ ਆਖਰੀ ਮਾਇਨੇ ਤਾਂ ਇੱਕੋ ਹੀ ਹੈ, ਪਰ ਆਖਰੀ ਮਾਇਨੇ ਇੱਕ ਹੋਣ ਦੇ ਨਾਲ ਨਾਲ ਇਹਨਾਂ ਦੇ 'ਚ ਭਾਵਨਾਤਮਕ ਫਰਕ ਹੈ। ਇੱਕ ਭੈ ਸਾਨੂੰ ਆਉਂਦਾ ਆਪਣੇ ਮਾਪਿਆਂ ਤੋਂ, ਇੱਕ ਭੈ ਸਾਨੂੰ ਆਉਂਦਾ ਕਿਸੇ ਬੇਗਾਨੇ ਤੋਂ। ਅਤੇ ਸਾਨੂੰ ਸਭ ਨੂੰ ਪਤਾ ਹੈ ਕਿ ਕਈ ਵਾਰ ਅਸਾਂ ਆਪਣੇ ਘਰ 'ਚ ਆਪਣੇ ਆਪ 'ਚ ਵੇਖਿਆ ਹੋਣਾ ਹੈ। ਹਰ ਬਾਲਕ ਕਿਸੇ ਕਾਰਨ ਮਾਤਾ ਪਿਤਾ ਤੋਂ ਨਾਰਾਜ਼ ਹੁੰਦਾ ਹੈ, ਮਾਪੇ ਡਾਂਟ ਦਿੰਦੇ ਨੇ, ਜਾਂ ਉਹ ਤੋਂ ਕੋਈ ਭੁੱਲ ਗਲਤੀ ਹੋ ਜਾਂਦੀ ਅਤੇ ਮਾਪਿਆਂ ਦਾ ਭੈ ਮੰਨਦਾ ਹੈ। ਮਾਪਿਆਂ ਦਾ ਭੈ ਮੰਨ ਕੇ ਮਾਪਿਆਂ ਦੇ ਕੋਲ ਨਹੀਂ ਆਉਂਦਾ, ਕੰਧਾਂ ਦੇ ਪਿੱਛੇ ਲੁੱਕ ਜਾਂਦਾ, ਬਾਗਾਂ 'ਚ ਲੁੱਕ ਜਾਂਦਾ। ਕਈ ਵਾਰ ਬੱਚੇ ਘਰ ਨਹੀਂ ਆਉਂਦੇ, ਪਰ ਥੋੜ੍ਹੀ ਦੇਰ ਬਾਅਦ ਮਾਪੇ ਤਲਾਸ਼ ਕਰਦੇ ਕਰਦੇ ਲੱਭਦੇ ਫਿਰਦੇ ਨੇ। ਮਾਪਿਆਂ ਤੋਂ ਡਰਦਾ, ਮਾਪਿਆਂ ਦੇ ਭੈ ਵਿੱਚ ਕੀ ਮਾਰ ਪਏਗੀ, ਸਾਹਮਣੇ ਨਹੀਂ ਆ ਰਿਹਾ, ਪਰ ਸਾਹਮਣੇ ਅਚਾਨਕ ਕੋਈ ਓਪਰਾ ਬੰਦਾ ਆ ਜਾਂਦਾ ਹੈ ਤੇ ਉਹ ਵੀ ਬੰਦਾ ਹੀ, ਅਤੇ ਹੈ ਮਾਤਾ ਪਿਤਾ ਵੀ ਬੰਦੇ ਰੂਪ 'ਚ ਹੀ। ਹੁਣ ਓਪਰਾ ਬੰਦਾ ਆ ਜਾਂਦਾ ਹੈ, ਉਤੋਂ ਪਹਿਮਾਨ ਹੁੰਦਾ ਅਤੇ ਭੱਜ ਕੇ ਫਿਰ ਮਾਂ ਪਿਓ ਕੋ ਆ ਜਾਂਦਾ। ਇਹਦਾ ਮਤਲਬ ਹੈ ਕਿ ਮਾਤਾ ਪਿਤਾ ਦੇ ਭੈ ਦੇ ਵਿੱਚ ਵੀ ਇੱਕ ਭੈ ਨਹੀਂ ਹੈ ਕਿ ਮਾਰਨਗੇ ਨਹੀਂ, ਪਰ ਉਸ ਓਪਰੇ ਬੰਦੇ ਦੇ ਭੈ ਦੇ ਵਿੱਚ ਇੱਕ ਹੋਰ ਭੈ ਸ਼ਾਮਲ ਹੈ, ਇਹ ਮਾਰ ਦੇਵੇਗਾ, ਇਹ ਤੋਂ ਮੇਰੀ ਜਾਨ ਨੂੰ ਖਤਰਾ ਹੋ ਜਾਏਗਾ। ਮਾਪੇ ਕਿਤਨਾ ਵੀ ਮਾਰਨਗੇ, ਜਾਨ ਨੂੰ ਖਤਰਾ ਤਾਂ ਕੋਈ ਨਹੀਂ ਨਾ। ਇਸੇ ਕਰਕੇ ਬੱਚੇ ਜਦੋਂ ਬਾਹਰੋਂ ਡਰਦੇ ਨੇ ਫਿਰ ਮਾਪਿਆਂ ਕੋਲ ਆਉਂਦੇ ਨੇ, ਕਿਉਂਕਿ ਉਹਨੂੰ ਪਤਾ ਹੈ ਕਿ ਮਾਪੇ ਇੱਕ ਥੱਪੜ ਮਾਰਨਗੇ, ਦੋ ਮਾਰਨਗੇ, ਸੋਟੀ ਮਾਰ ਦੇਣਗੇ,
पर मापिਆਂ ਦੀ ਮਾਰ ਵਿੱਚ ਜਾਨ ਨੂੰ ਕੋਈ ਖਤਰਾ ਨਹੀਂ ਹੈ। ਪਰ ਬਾਹਰਲਾ ਕੋਈ ਮਿੱਠਾ ਵੀ ਦੇਵੇਗਾ ਤੇ ਮਿੱਠੇ ਦੇ ਵਿੱਚ ਵੀ ਜਾਨ ਨੂੰ ਖਤਰਾ ਹੈ। ਇਸੇ ਕਰਕੇ ਅਸੀਂ ਸਾਰੇ ਉਪਰਿਆਂ ਤੋਂ ਭੈ ਮੰਨਦੇ ਹਾਂ, ਕਿਉਂਕਿ ਉਪਰਿਆਂ ਦੇ ਭੈ ਵਿੱਚ ਸਾਨੂੰ ਨਿੱਜ ਨੂੰ, ਸਾਡੀ ਜਾਨ ਨੂੰ ਖਤਰਾ ਹੈ। ਪਰ ਆਪਣਿਆਂ ਦਾ ਵੀ ਭੈ ਮੰਨੀਦਾ। ਅੱਜ ਵੀ ਸਿਆਣੇ ਤੋਂ ਸਿਆਣੇ ਬੰਦੇ ਆਪਣੇ ਵਡੇਰਿਆਂ ਦਾ, ਆਪਣੇ ਬਜ਼ੁਰਗਾਂ ਦਾ ਭੈ ਮੰਨਦੇ ਨੇ, ਪਰ ਉਸ ਭੈ ਦੇ ਵਿੱਚ ਜਾਨ ਨੂੰ ਕੋਈ ਖਤਰਾ ਨਹੀਂ ਹੈ। ਸਗੋਂ ਉਸ ਭੈ ਦੇ ਵਿੱਚ ਇੱਕ ਰਿਸਪੈਕਟ ਹੈ, ਇੱਕ ਇੱਜ਼ਤ ਹੈ, ਇੱਕ ਮਾਣ ਹੈ। ਇਸੇ ਤਰ੍ਹਾਂ ਸੇ ਆਪਣੇ ਗੁਰੂ का ਭੈ ਮੰਨੀਏ, ਤੇ ਜੋ ਗੁਰੂ का ਭੈ ਮੰਨਾਂਗੇ ਤੇ ਸਮਝ ਆਏ ਗੁਰੂ के ਭੈ ਦੇ ਵਿੱਚ ਜਾਨ ਨੂੰ, ਨਿੱਜ ਨੂੰ ਕੋਈ ਖਤਰਾ ਨਹੀਂ ਜੇ। ਤੇ ਜੇ ਗੁਰੂ का ਭੈ ਅਸੀਂ ਨਹੀਂ ਮੰਨ ਪਾਏ ਤੇ ਬਾਹਰ ਕਾਲ ਦਾ ਭੈ ਤੇ ਹੈ ਹੀ ਨਾ, ਫਿਰ ਮਾਇਆ ਦਾ ਭੈ ਪੈ ਜਾਏਗਾ। ਤੇ ਜੇ ਮਾਇਆ ਦਾ ਭੈ ਪੈ ਗਿਆ ਤੇ ਫਿਰ ਜਾਨ ਨੂੰ ਖਤਰਾ ਜੇ। ਇਸੇ ਕਰਕੇ ਸਿਆਣਿਆਂ ਦੇ ਬਚਨਾਂ ਨੂੰ ਅਸੀਂ ਮੰਨਦੇ ਸੁਣਦੇ, ਪਰ ਗੁਰੂ ਪਾਤਸ਼ਾਹ ਨੇ ਬੜੀ ਬਾਰੀਕ ਜੁਗਤ ਦਿੱਤੀ ਹੈ। ਕਰਤਾ ਪੁਰਖ ਵਾਹਿਗੁਰੂ ਜਿਹਨੂੰ ਨਿਰਭਉ ਕਿਹਾ ਜਾਂਦਾ ਹੈ। ਅਸੀਂ ਇੱਕ ਨਿਰਭਉ ਨਿਰਵੈਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ। ਵਾਹਿਗੁਰੂ ਜੀ ਨਿਰਭਉ ਨੇ। ਜਦੋਂ ਨਿਰਭਉ ਵਾਹਿਗੁਰੂ ਜੀ ਦਾ ਭੈ ਅਸੀਂ ਹਿਰਦੇ 'ਚ ਰੱਖਾਂਗੇ ਤੇ ਨਿਰਭਉ ਵਾਹਿਗੁਰੂ ਜੀ ਦੇ ਅਦਬ ਵਾਲੇ ਭੈ ਨੂੰ ਹਿਰਦੇ 'ਚ ਰੱਖ ਕੇ ਨਿਰਭਉ ਦਾ ਜਾਪ ਕਰਨਾ ਸ਼ੁਰੂ ਕਰ ਦਿਆਂਗੇ ਤੇ ਨਤੀਜਨ ਸਾਡੇ ਆਲੇ ਦੁਆਲੇ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਆਏਗਾ। ਆਪ ਤੇ ਪਾਠ ਕਰਦੇ ਪੜ੍ਹਦੇ ਹੋ ਨਾ, ਨਿਰਭਉ ਜਪੈ ਸਗਲ ਭਉ ਮਿਟੈ। ਪਰ ਜਪਣਾ ਪੈਣਾ ਨਿਰਭਉ ਨੂੰ, ਨਿਰਭਉ ਦੇ ਭੈ ਵਿੱਚ ਆਉਣਾ ਪੈਣਾ। ਜਿੰਨਾ ਚਿਰ ਅਸੀਂ ਨਿਰਭਉ ਦੇ ਭੈ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਸਾਡੇ ਤੇ ਦੁਨੀਆ ਦੇ ਤਮਾਮ ਭੈ ਹਾਵੀ ਰਹਿਣਗੇ। ਤੇ ਜਦੋਂ ਅਸੀਂ ਨਿਰਭਉ ਦੇ ਭੈ ਵਿੱਚ ਆ ਜਾਵਾਂਗੇ, ਆਪਣੇ ਗੁਰੂ ਦੇ ਭੈ ਵਿੱਚ ਆ ਜਾਵਾਂਗੇ, ਫਿਰ ਦੁਨੀਆ ਦੇ ਕਿਸੇ ਭੈ ਦੀ ਪਰਵਾਹ ਨਹੀਂ ਹੋਵੇਗੀ। ਇੱਥੇ ਆ ਕੇ ਸਹੀ ਸਮਝਣਾ ਹੁੰਦਾ ਹੈ। ਅਸੀਂ ਇੱਥੇ ਆ ਕੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਨਿਰਭਉ ਪਦਵੀ ਨੂੰ ਪ੍ਰਾਪਤ ਵੀ ਕਰਨਾ ਹੁੰਦਾ ਹੈ, ਜਿਹੜਾ ਅੱਗੇ ਜਾ ਕੇ ਸਾਨੂੰ ਇੱਕ ਸੂਤਰ ਮਿਲਦਾ ਹੈ, ਭੈ ਕਾਹੂ ਕਉ ਦੇਤ ਨਹਿ ਭੈ ਮਾਨਤ ਆਨ। ਇੱਥੇ ਆ ਕੇ ਅਸੀਂ ਆਪਣੇ ਗੁਰੂ ਕੇ ਭੈ 'ਚ ਰਹਿਣਾ ਹੈ। ਤੇ ਗੁਰੂ ਕੇ ਭੈ ਵਿੱਚ ਸਾਨੂੰ ਪਤਾ ਹੈ ਕਿ ਗੁਰੂ ਮਾਰਦਾ ਨਹੀਂ, ਗੁਰੂ ਜੀਵਨ ਦਿੰਦੇ ਨੇ। ਪਰ ਫਿਰ ਵੀ ਇਸ ਭੈ 'ਚ ਰਹਿਣਾ ਵੀ ਕਿਤੇ ਸਾਡੇ ਤੋਂ ਕੋਈ ਬੋਲ ਐਸਾ ਨਾ ਬੋਲਿਆ ਜਾਏ ਜੋ ਗੁਰੂ ਕੀ ਸ਼ਾਨ ਦੇ ਖਿਲਾਫ ਹੋਵੇ, ਕੋਈ ਐਸਾ ਕਰਮ ਕਰਤੱਵ ਨਾ ਹੋ ਜਾਏ ਜੋ ਗੁਰੂ ਕੀ ਸ਼ਾਨ ਦੇ ਖਿਲਾਫ ਹੋਵੇ, ਕੋਈ ਜੀਵਨ ਵਿਵਹਾਰ ਐਸਾ ਨਾ ਹੋ ਜਾਏ ਜੋ ਗੁਰੂ ਕੀ ਦੱਸੀ ਸ਼ਾਨ ਸ਼ੌਕਤ ਮਰਿਆਦਾ ਦੇ ਖਿਲਾਫ ਹੋ ਜਾਏ। ਬਸ ਇਹ ਭੈ ਜਦੋਂ ਹਿਰਦੇ 'ਚ ਆ ਜਾਂਦਾ ਹੈ, ਸਾਡਾ ਹਰ ਕਦਮ ਜਦੋਂ ਇਸ ਭੈਮਾਨ ਤਰੀਕੇ ਵਿੱਚ ਗੁਜ਼ਰਦਾ ਹੈ ਕਿ ਮੇਰਾ ਬੋਲਣਾ, ਮੇਰਾ ਦੁਨੀਆ ਦੇ ਕਰਮ ਕਰਤੱਵ ਕਰਨੇ ਆਪਣੇ ਗੁਰੂ ਕਰਤੇ ਦੇ ਭੈ ਵਿੱਚ ਅਦਬ 'ਚ ਰਹਿਣਗੇ, ਤੇ ਸੰਸਾਰ ਦੇ ਲੋਕਾਂ ਤੋਂ, ਸੰਸਾਰ ਦੇ ਮਾਇਆ ਤੋਂ, ਸੰਸਾਰ ਦੇ ਸਿਆਣੇ ਕਹਿੰਦੇ ਨੇ ਫਿਰ ਤੇ ਮੌਤ ਦਾ ਭੈ ਵੀ ਸਾਡਾ ਕੁਝ ਨਹੀਂ ਵਿਗਾੜਦਾ। ਪਰ ਚੇਤਾ ਰੱਖਣਾ ਇਸ ਭੈ ਵਿੱਚ ਆਉਣਾ ਪੈਣਾ, ਕਿਉਂਕਿ ਉਹ ਭੈ ਇਤਨਾ ਬਾਰੀਕ ਹੈ। ਉਸ ਭੈ ਦੇ ਸਦਕੇ ਹੀ ਇਹ ਅਗਨ ਲੱਕੜ ਨੂੰ ਜਲਾਉਂਦੀ ਨਹੀਂ ਹੈ। ਤੇ ਜਦੋਂ ਦੋ ਹੋ ਜਾਂਦੇ ਨੇ, ਲੱਕੜ ਅਲੱਗ ਹੋ ਕੇ ਅਗਨੀ ਨੂੰ ਮਿਲਦੀ ਹੈ, ਫਿਰ ਉਸੇ ਭੈ ਦੇ ਵਿੱਚ ਜਲਾ ਦਿੰਦੀ ਹੈ, ਕਿਉਂਕਿ ਹੈ ਤਾਂ ਭੈ ਵਿੱਚ ਹੀ ਨਾ। ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਜੁਗਤ ਸੂਤਰ ਦਿੱਤਾ ਹੈ, ਜੋ ਕਰਤੇ ਦੀ ਹੁਕਮੀ ਰਜ਼ਾਵਾਂ ਨੂੰ ਸਮਝਣ ਵਾਸਤੇ ਸ਼ਾਇਦ ਸਾਡੇ ਕੰਮ ਆਵੇ। ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਹਰ ਲੱਕੜ ਪਾਣੀ ਵਿੱਚ ਤਰ ਜਾਂਦੀ ਹੈ, ਸੁੱਕੀ ਹੋਵੇ ਗਿੱਲੀ ਹੋਵੇ, ਲੱਕੜਾਂ ਪਾਣੀ 'ਚ ਤਰਦੀਆਂ ਨੇ। ਪਰ ਆਪਾਂ ਨੂੰ ਪਤਾ ਹੈ ਚੰਦਨ ਦੀ ਲੱਕੜ ਪਾਣੀ ਵਿੱਚ ਡੁੱਬ ਜਾਂਦੀ ਹੈ। ਦੁਨੀਆ ਦੀਆਂ ਸਾਰੀਆਂ ਲੱਕੜਾਂ ਪਾਣੀ 'ਚ ਤਰਦੀਆਂ ਨੇ ਤੇ ਚੰਦਨ ਦੀ ਲੱਕੜ ਪਾਣੀ 'ਚ ਡੁੱਬ ਜਾਂਦੀ ਹੈ। ਉਹਦੀ ਪਹਿਚਾਣ ਹੀ ਇਹ ਹੈ, ਕਿਤੇ ਨਕਲੀ ਅਸਲੀ ਚੰਦਨ ਦਾ ਰੌਲਾ ਪੈ ਜਾਏ ਤੇ ਪਹਿਚਾਣ ਦਾ ਤਰੀਕਾ ਹੀ ਇਹ ਹੈ ਕਿ ਇਸ ਚੰਦਨ ਦੇ ਟੁਕੜੇ ਨੂੰ, ਉਸ ਲੱਕੜ ਨੂੰ ਪਾਣੀ 'ਚ ਰੱਖ ਦਿਓ, ਅਗਰ ਡੁੱਬ ਜਾਏ ਤਾਂ ਅਸਲ ਚੰਦਨ ਹੈ, ਅਗਰ ਤਰ ਜਾਏ ਤਾਂ ਨਕਲ ਹੈ। ਪੁੱਛੇ ਭਾਈ ਗੁਰਦਾਸ ਸਾਹਿਬ ਤੋਂ ਐਸਾ ਕਿਉਂ ਹੁੰਦਾ ਹੈ? ਕਹਿਣ ਲੱਗੇ ਅਗਰ ਡੁੱਬੈ ਜਾਣ ਕੇ, ਚੰਦਨ ਨੂੰ ਪਾਣੀ ਜਾਣ ਬੁੱਝ ਕੇ ਡੁੱਬਦਾ ਹੈ ਤਾਂ ਕਿ ਲੋਕ ਇਸ ਨੂੰ ਸਮਝ ਸਕਣ ਕਿ ਬਾਕੀ ਲੱਕੜਾਂ ਤੋਂ ਅਲੱਗ ਹੈ ਭਾਈ, ਬਾਕੀ ਲੱਕੜਾਂ ਵਰਗਾ ਨਹੀਂ ਗਾ, ਇਹ 'ਚ ਕੋਈ ਕਰਤੇ ਨੇ ਖਾਸੀਅਤ ਪਾਈ ਹੈ। ਇਸ ਕਰਕੇ ਉਸ ਅਗਰ ਦੇ ਲੱਕੜ ਨੂੰ, ਅਗਰ ਕਹਿੰਦੇ ਚੰਦਨ ਨੂੰ ਉਹ ਡੋਬ ਲੈਂਦਾ, ਬਾਕੀ ਨੂੰ ਉਤਾਰ ਦਿੰਦਾ।
ताकि लोग अपना होर कार विहार कर सकन। पहचान है पहला पालदा सब नूं एक समान है, पर उन डोब लैंदा है, क्योंकि करते दी कोई कलावां ही इहो जिहियां ने। इसे तरह संसार सागर विच विचरदे आ, इस भवजल विच विचरदे आ, जदों असीं इस गल नूं समझांगे, अज महाराज उदाहरण दे रहे ने उस करता पुरख दे भय दे ने, कि जदों करता पुरख दे हुक्म वरतदा है तो उस हुक्म दे विच वो लक्कड़ ते अग इकट्ठे ने, कोई नुकसान नहीं। पर जदों अलग अलग होके मिलते ने तो फिर वो अग उस लक्कड़ नूं साड़ दिंदी है। आपां नूं पता है कि साडे शरीर विच भी अग हैगी है, साडे अंदर भी अग हैगी है, जिसनूं जठरागन कहिंदे ने, पर साडे अंदर दी अग सानूं साड़दी नहीं है ना। जिवें लक्कड़ दे विच अग है, इसे तरह साडे शरीर दे विच भी अग है। लोक नूं जठरागनी कहिंदे ने ज्ञानी, पर वो जठरागनी साडा कुछ नहीं बिगाड़दी, सगों सानूं जीवन वास्ते ऊर्जा दिंदी है। जिन्हां दी किसी कारण जठरागनी मंद पै जांदी है, उन्हां दी जीवन की ऊर्जा भी कमज़ोर पै जांदी है। सियाणे सी करके हिकमत वाले बहुत सारिया औषधियाँ दिंदे ने कि मनुख की जठरागनी ठीक रहे, पर नहीं सड़ती। तो यही अग्नि जो बाहरों सानू मिलती है तो उदों सड़ती है। यही तो करते ते रहस भेद है, जिन्हों अज महाराज जी की व्याख्या भी नहीं करते भी की कारण ते की नहीं। महाराज कहते हुक्म है, वह भय है। आपे ही आप वरतदा प्यारा, भय अग्न न सकै जलाया। पता क्यों? आपे मार जीवाएंदा प्यारा, साह लैंदे सब लवाया। दरअसल ये खेल करते दा अपना है। आप ही आप वरते, आपे मार जीवाएंदा प्यारा। संसार च दो ही जी चीज़ां वरत रही ने, जां जन्म हो रहा है जां मौत हो रही है। जिन्हों असीं जीवन कह रहे हैं ना, दरअसल जन्म तो मौत तक की यात्रा ही तो हो रही है। ਗਿਆਨੀਆਂ ਦੀ ਦ੍ਰਿਸ਼ਟੀ ਦੇ ਮੁਤਾਬਕ ਜਦੋਂ ਸਾਡਾ ਜਨਮ ਹੁੰਦਾ ਹੈ, ਅਸੀਂ ਪਲ ਪਲ ਮੌਤ ਵੱਲ ਵੱਧ ਰਹੇ ਹੁੰਦੇ ਹਾਂ। ਪੜ੍ਹਦੇ ਆਵਾਂਗੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਛੀਜੇ। ਇਸ ਨੂੰ ਗੁਰਬਾਣੀ 'ਚ ਕਿਤੇ ਜਨਮ ਵੀ ਕਿਹਾ ਹੈ। ਅੱਜ 'ਚ ਆਪਾਂ ਹੁਣ ਇਸ ਵਕਤ ਬੈਠੇ ਹਾਂ, ਜਿਹਨੂੰ ਆਪਾਂ ਲੋਕ ਸਧਾਰਨਤਾ ਜੀਵਨ ਕਹਿ ਦਿੰਦੇ ਹਾਂ, ਇੱਕ ਜਨਮ ਹੈ। ਇੱਕ ਜਨਮ ਦਾ ਸਰਕਲ ਪੂਰਾ ਹੋ ਜਾਂਦਾ ਤੇ ਮੌਤ ਪ੍ਰਗਟ ਹੋ ਜਾਂਦੀ ਹੈ। ਜਿਵੇਂ ਸੂਰਜ ਚੜ੍ਹਦਾ ਹੈ, ਅਸੀਂ ਕਹਿੰਦੇ ਦਿਨ ਚੜ੍ਹ ਗਿਆ, ਪਰ ਉਹ ਰਾਤ ਦੇ ਇੰਤਜ਼ਾਰ ਵਾਸਤੇ ਪਲ ਪਲ ਕਰਦਿਆਂ ਜਦੋਂ ਸਮਾਂ ਮੁੱਕ ਜਾਂਦਾ ਹੈ, ਉਦੋਂ ਰਾਤ ਪੈ ਜਾਂਦੀ ਹੈ। ਇਸ ਤਰ੍ਹਾਂ ਜਦੋਂ ਰਾਤ ਦੀ ਸ਼ੁਰੂਆਤ ਹੁੰਦੀ ਹੈ, ਅਸੀਂ ਕਿ ਰਾਤ ਆ ਗਈ, ਪਰ ਭਾਈ ਉਹ ਦਿਨ ਦੇ ਚੜ੍ਹਾਅ ਦੀ ਤਿਆਰੀ ਹੁੰਦੀ ਹੈ, ਉਦੋਂ ਦਿਨ ਚੜ੍ਹਨ ਦੀ ਤਿਆਰੀ ਹੋ ਰਹੀ ਹੁੰਦੀ ਹੈ। ਇਸੇ ਤਰ੍ਹਾਂ ਜਿਸ ਨੂੰ ਅਸੀਂ ਜਨਮ ਕਹਿੰਦੇ ਹਾਂ, ਦਰਅਸਲ ਮੌਤ ਲਈ ਤਿਆਰੀ ਸੀ, ਮੌਤ ਲਈ ਤੁਰੇ ਜਾ ਰਹੇ ਹਾਂ। ਬਹੁਤ ਪਿਆਰਾ ਜਿਹਾ ਤੇ ਰਹੱਸਵਾਦੀ ਬਚਨ ਪੜ੍ਹਿਆ ਹੋਣਾ। ਸ਼ਿਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, जननी जानत सुत बड़ा होत है, इतना को न जानै कि दिन दिन औध घटत है। मोर मोर कर लाड धर, पेखत ही जमराओ हसै। बच्चा जन्म लेंदे, माँ पालदी है, बड़ी खुश होंदी है, बच्चा वड्डा हो रहा है। जननी जानत सुत बड़ा होत है, बच्चे वड्डे होंदे ने, असीं मापे खुश होने, वड्डे हो गए। पर सानू नादानी च ये नहीं पता हुंदा कि इहदा ते दिन ब दिन उम्र घटती जा रही है। अज इस ज्ञानियों की दृष्टि के मुताबिक जिस बालक का अज जन्म होया है, उहदे कोल जे सारी उम्र बाकी पई है। तो असीं अपने देख लो, जन्म तारीख तो लैके अज तक इन्ने साल तो साडे जाया हो गए ना, इन्ने साल तो साडे खर्च हो गए। हुण साडे को बचिया की है अगे पता नहीं। ਕਹਿੰਦੇ ਨੇ 100 ਸਾਲ ਦਾ ਸਰਕਲ ਹੁੰਦਾ ਹੈ, ਪਰ 100 ਸਾਲ 'ਚੋਂ ਬਚਿਆ ਕਿਹਦੇ ਕੋ ਕਿਤਨਾ ਹੈ। ਤੇ ਜ਼ਰੂਰੀ ਤੇ ਨਹੀਂ ਨਾ ਕਿ ਅਸੀਂ 100 ਸਾਲ ਦਾ ਚੱਕਰ ਪੂਰਾ ਹੀ ਕਰ ਲੈਣਾ, ਐਸਾ ਵੀ ਕੋਈ ਜ਼ਰੂਰੀ ਨਹੀਂ। ਜਦ ਸਾਨੂੰ ਇਹ ਵੀ ਦਾਵਾ ਨਹੀਂ ਕਿ ਅਸੀਂ 100 ਸਾਲ ਪੂਰੇ ਕਰਨੇ ਨੇ, ਤੇ ਬਚੇ ਜਿਤਨੇ ਅਜੇ ਸਾਨੂੰ ਪਤਾ ਨਹੀਂ, ਖਰਚ ਹੋ ਗਏ ਇਹ ਪਤਾ ਹੈ। ਜਨਮ ਦੀ ਤਾਰੀਖ ਤੋਂ ਲੈ ਕੇ ਅੱਜ ਤੱਕ ਜਿਤਨਾ ਸਾਡਾ ਸਮਾਂ ਖਰਚ ਹੋ ਗਿਆ ਪਤਾ ਹੈ।
तो कदे सोच के देखी समय दे विच आपां गवाया की है तो कमाया की है। गवाए का तो पता लग जाता ना, इन्ना समा गवाच गया, बाकी की गवाचा का पता नहीं। पर इतना समा जे मान लो किसी ने 50 साल गुजार लए, अज उम्र 50 साल है तो वो 50 साल तो खर्च हो गए ना। हुण 50 साल का लेखा जोखा तो उन्होंने देना पैना ना। अगे जाके गुरबाणी सूत्र निका जिहा गुरमुखां दीयां गाथावां सुनाइए तो वो समझाया जाता है कि करते का जीवन किस प्रकार सानूं समझ आता है। कहते ने कोई गुरमुख राह तो लंघ रहे सन, सड़क के किनारे बच्चे फुटबाल खेल रहे सन। गुरमुख खड़े होकर देखण लग पे। तो साथियों ने सोचा कि शायद बाबे नूं फुटबाल का खेड चंगा लगता होएगा तां देखण लग पे। बच्चे अपनी मौज में फुटबाल खेडते खेडते थोड़ी देर बाद होया कि बच्चे सारे उदास जो होकर बह गए, सिर नीवें जे करके ढेरी होकर बह गए। थोड़ी देर बाद पता लगा हुण खेड नहीं हो सकती, उदास होकर पासे पासे हो गए। बाबे ने पूछा बच्चे हुण नहीं खेडते? कहने लगे की करिए, खेडना तो चाहुंदे आ पर फुटबाल की हवा निकल गई, फुटबाल की फूक निकल गई। तो फुटबाल के नाल खेडते सां, फुटबाल की फूक निकल गई, साडी खेड बंद हो गई। तो बाबे ने पूछा भी तुहाडा जित हार का फैसला नहीं होएगा? पिछ 2 पालियां बना के खेडते सी कि तुहाडा जितण हारन का फैसला नहीं होएगा? जिहड़ा उन्होंने खिडा रहा सी कहने लगा नहीं, जित हार का फैसला तो हो जाएगा। कहे किवें? जितनी खेड खेडी गई है इतनी खेड विच ही इन्हां दा जित हार का फैसला हो जाएगा, बाकी जितनी बाकी रहेगी उसका कोई मायने नहीं होना। जितना खेड बैठे ने इतनी खेड दे विचों देखिया जाएगा किहड़े जिते ते किहड़े हारे। साडा भी हिसाब किताब तो हुई है। साडा सा फुटबाल का खेल तो चल रहा है, अगे जाके बड़ा प्यारा वचन फूक कढ़ाए ढह पवै पाठ करदे कदे पढ़ना। जिवें फुटबाल चों फूक निकल गई, सारा खेल ढह पे बैठ गए ने आराम नाल वेले होके बैठ गए। इवें साडे चों जदों फूक निकल गई, इस शरीर ने वेले होके बह जाना ना। फूक कढ़ाए ढह पवै, फिर फैसला नहीं होएगा? होएगा। जित हार का फैसला फिर भी होएगा। कितना? जितना जी चुके हैं, जितना खेड चुके हैं उहदे मुताबिक ही हो जाएगा। मान लिया अज असी 50 साल दे आ, अज फूक निकल जाए तो कि 50 साल दे विच ही सानूं पुछ लेन क्या तैं खटिया, कहाँ गवाया? बाकी कितने बाकी सानूं तो नहीं पता ना, कितने 100 साल चो बाकी रह गए। पर जितना खेड सके आ, खेड चुके आ, इहदा जवाब तो देना पेगा। इसे करके अरोज़ पढ़ते हाँ, ऐसा काम मूले ना कीचै जित अंत पछोताई। असी पढ़ते ना, ऐसी कला न खेडी है जित दरग है गया हारी है। रोज़ पढ़ते हो जित कीता पाई अपना सा घाल बुरी क्यों घाली है। जिस कीते हुए का जवाब सानू देना पैना है, वो बुरी घालना क्यों घालते आ। तो महाराज कहने लगे याद रखना, घालना तेरे खाते पैनी है कि तू चंगी घालना घाली कि मंदी घालना घाली, पर मारदा तो जीवाउंदा वो आप है। बड़ा प्यारा बचन, जन्म मरण हमरे वस नाही। जन्म ते मौत साडे वस विच नहीं है। साडे वस विच फिर की है? करता पुरख ने थोड़ा जा अंश सानू दिता होया। जन्म तो लैके मौत के दरम्यान का समा इहदे विच असीं की करते हैं। हालांकि बहुत कुछ साहिब ने इहदे विच अपना हुक्म रखे है, पर इहदे विच एक नीयत दे नाल इहदे नाल साडी बिरती है वो सानू दिती कि भाई यही काम जो आपां कर रहे हैं, कोई की करदा है, जो भी काम करदा है, जो भी किरत उन्हें मिली, हर एक नूं आपो अपना पता है मैनूं किहड़ी किरत मिली है। पर की अपनी किरत मैं ईमानदारी ना करदा ते की अपनी किरत मैं बेईमानी ना करदा, बस इन्ना ही पता है। वो ईमानदारी तो बेईमानी वो नाल जानी है। किरत भी इत्थे धरी रह जानी है, शरीर भी इत्थे सड़ जाना है, पर साडी ईमानदारी अते साडी बेईमानी ये साडे नाल चली जानी है। उहदे नतीजन ही सानू अगला समा मिलना है, बेईमानी का मिलना है या ईमानदारी का मिलना है। महाराज कहन लगे बस जन्म अते मौत उहदे अपने हथ विच है। आपे मार जीवाइंदा प्यारा, इथों तक तो आप है। साह लैंदे
बल्कि साडा एक एक साह उहदी गिणती च है। शायद इसे करके वड वडेरे कहिंदे ने कि भाई ना कोई साह घटा सकदा जे ते ना कोई साह वधा सकदा जे। आ तर्क वाले असीं कई बार कहने हुंदे आ, देखो जी असीं हस्पताल च अजकल नकली साह दे देने आ, ते जिहड़े डॉक्टरां नूं पता है नकली साह नहीं दे पाते। तुसीं कोशिश करते हैं कि कुछ समा शरीर च असीं पंप नाल हवा भरते रहीए, वो हवा ही भरते आ जिसनों असीं गुरबाणी च या अपने जीवन जुगतां श्वास कहने ना, वो नहीं पूरे होंदे, वो नहीं भुगतदे, क्योंकि श्वास प्राण नाल संबंध रखते हैं, वो निकल जाते हैं। बाकी असीं शरीर मशीन दे नाल सारा दिन चलाते रहो, कई साल चलाते रहो, की फर्क पैंदा है। उत्ते आ लोगों ने हज़ारां सालों तो शरीर लपेट के दवाइयां ला के रख छड्डदे आ, पर श्वास नहीं वधदे घटदे। श्वास करते दे हुक्म दे विच ने, सियाणे ते मनदे ने, करते ने श्वास सानूं गिण के दित्ते ने, गिणती दे साह ने, ते जितने साह साडे बाकी ने उतने साह सा लै लैणे ने, ते जिहड़े साह साडे नहीं गए मर्जी होई उहदी, ते साडे साह मुक जाण तो बाद विच कुछ पल कुछ समा सानूं रख लैणगे। असीं पढ़दे आ प्रभ भावै बिन सास ते राखै। जे प्रभु जी नूं भा गए या प्रभु जी नूं जो जी ढाउंदे ने भी समा उहदा, क्योंकि समा ते श्वास एक बड़ा बारीक जिहा तालमेल है। कईयां दा घाटे वाधे करके या कलते दी कला करके समा बाकी रह जांदा ते श्वास मुक जांदे ने, फिर उहनूं बिना श्वासां तो उतना समा रख लईदा। ते कईयां दा श्वास रह जांदे ने ते समा नहीं रहिंदा, ते फिर उहनां नूं ਉਹ ਸਮਾਂ ਹੋਰ कोई एक्टिविटी नहीं हुंदी, होर संसार दे कोई क्रिया एक्टिविटी नहीं मिलती, केवल श्वास मिलते रहिंदे ने। ये समझना बहुत बारीक जिहा है। योग मंडल के लोगों ने समझण दी अलग अलग अपने अपने तरीके नाल कोशिशां कीतियां ने, पर किसी नूं कामयाबियां नहीं मिलणियां, क्योंकि करते ने अपने हत्थ 'च कला रखी। साह लैंदे हाँ करते दे दिते हुए, साह लैंदे सब लवाया, साह दिंदा है ते असीं साह लैंदे आ, जो साह ना देवे ते असीं नहीं लै सकदे। इस करके महाराज कहणगे कि चेता रखना, आपे ताण दीवान है प्यारा, आपे कार है लाया। ताण कहंदे ने ताकत नूं, संसार 'च ताकत वरती जाती है। अरे मन्निया जाता है कि संसार दे विच ताकत दा ही बोलबाला है। दुनियावी शब्दावली कहिए, संसार दे विच शक्ति दी ही पूजा होंदी है, संसार दे विच ताकतवर दा ही प्रभाव रहिंदा है। संसार दे विच जिथे भी किसे पद्धर ते भी ताकतवर व्यक्ति ही अपना सिक्का जमा लैंदा है। पर ताकत किहदी है? ताकत भी तो करते दी है ना, ये ताकत भी तो दिंदा है ना। तो जदों ताकत अपनी वापस लै लैंदा है, फिर सिक्का जमाउण वाला पुछे भी हुण किते की करदा है। इस करके गुरु सानूं समझाते हैं कि भाई आ जिहड़ी संसार की ताकत है, भावें किसी नूं शरीर करके मिली, किसी नूं धन करके मिली, किसी नूं विद्या करके मिली, किसी नूं राजनीति करके मिली है, कोई दा गुमान ना करे। ताकत है, पूजी ताकत जाती है, मनी ताकत जाती है, सत्कार ताकत दा हुंदा है, ताकतवर ही राज करता है। भावें घर विच वेख लो, 4 भैण भरा होणगे जो ताकतवर दा हुक्म चलदा है, परिवारां दे विच भी जो परिवार ताकतवर हुंदा है उहदा राज चलदा है। इह ताकत दा राज चलदा है, पर चेता रखना ताकत किसदी है, असल राज तो फिर उहदा चलदा है ना। अज भी असीं ताकत की उपासना करते हैं, पर सानू पता हो गुरबाणी मुताबिक ताण करते दा है। एक सी बड़ा प्यारा बचन पढ़ते हैं, असीं कदे कदे कहने कि मेरे वर्गा कोई बड़ा बोलता है, कोई बड़ा सुनता है, बड़ा करता है, तो पता लगा जी करते की जोत दे करके बोलिया जा रहा। तो एक था बचन है, जद अपनी जोत खिंच है तू स्वामी, तो जदों तुसीं अपनी जोत खिंच लेंदे हो, हुण ताकत खिंच लई, हुण बोल के दिखाओ, हुण सुन के दिखाओ, हुण सुना के दिखाओ। बड़ियां ऐसियां साखियां साडे कोल वडेरियां दे इतिहास विच ने, जिथे कईयां साधुआं ने, कईयां गुरसिखां ने भी ताकत प्राप्त की थी, कुछ कई बार अपनी ताकत का बोलबाला दर्शन कराया। पर जदों किते महाराज दे सन्मुख होए,
महाराज ने एक निगाह पाई तो सारी ताकत खिंची की, फिर ढह ढेरी पैरी पे कि महाराज नहीं, वाकई समझ आई कि ताण ते आप दी है, ताकत ते आप दी है। अज 6वें पातशाह साहब जी का ज्योति जो समाउण का पुरब है। असी वेखिए 6वें पातशाह साहब जी ने पैंदे खां नूं अथाह ताकत बख्शी, शरीर करके आप देखते ना अथाह ताकत बख्शी है। तो जो महाराज दे नाल लड़न आ गए तो फिर दी ताकत सब मिट्टी च मिल गई ना, क्योंकि और समझदा सी कि मेरे को जोर बड़ा है, मेरे को ताकत बड़ी है, पर उसनूं ये नहीं सी पता भी जिहदे नाल मत्था ला बैठा सारी ताकत तां इहदी दित्ती हुई है। तो सियाणे कहिंदे ने इन्नी ताकत सी इहदे विच कि दो झोटे भिड़दे होण ते ਸਿੰਘਾਂ ਤੋਂ फड़ के झोटे वखरे कर दिंदा सी। इन्नी ताकत पैंदे खां दे शरीर सी कि भिड़दे झोटिਆਂ ਨੂੰ भी ਸਿੰਘਾਂ ਤੋਂ फड़ के वखरे कर देना। तो उसनूं महाराज खब्बे हत्थ नाल पकड़ लैंदे सी ते हत्थ नहीं सी छुड़ा सकदा। अंदाज़ा लाउण भी गुरु हरगोबिंद साहिब च कितनी ताकत है। वो सतगुर दे नाल अखे भिड़दा तो खब्बे हत्थ नाल सतगुरु ढाल मारदे ते ढह के जमीन ते डिग पैंदा। फिर महाराज कहने हुण कलमा पढ़, कहन लगा नहीं, ताकत टुटदी है तो समझ आउंदी है। जो ताकत टुटी तो कहन लगा नहीं महाराज तेरा ही, तेरी तलवार ही मेरा कलमा है, हुण तू ही किरपा कर मेरे ते कलमा, हुण कोई नहीं, तेरी निगाह तेरी दृष्टि ही कलमा बन जाए। सानू समझ आ जाए ये ताकतां देण वाला भी वो आप है ते ताकतां लैण वाला भी आप है। भावें किसी पद्धर की भी ताकत है वो करते दी अपनी ही है। आपे ताण दीवान कहते ने वो सभा जिथे ताकतां वंडियां जांदियां, इत्थे भी ताकतां वंडियां जांदियां। अभ्यासियां नूं, नाम जपण वालियां नूं, गुरमुखां नूं ताकतां मिलदियां ना, बड़े बड़े मान मिलते रहे दरबार चों, करता दिंदा रहे, गुरु दिंदे रहे। सावण मल नूं ताकत दित्ती, फिर सावण मल तो ताकत लै भी लई, बड़े सिर प्रमाण मिलते हैं। आपे ताण दीवान है प्यारा, ताकत भी आप है, ताकत देने वाला दरबार जिथे बह के वंडियां जांदियां चीज़ां वो भी आप है। आपे कार है लाया, सारे जी नूं आपे कार विहार लाउंदा है। फिर आखिरी गल कहंदे ज्यों आप चलाए तूं चलिए प्यारे, भई सच है जिवें वो चलाउंदा है तिवें चलदे आ। लोकां नूं चलना पैंदा है, लोग मजबूरी च चलदे ने। गुरसिੱਖੀ का मतलब मायने है कि करते पुरख की रज़ा दे विच शौक ना प्रेम ना चलीए। असी जिथे सानूं लाया है उसी शौक ना प्रेम दे नाल, जिस किरत विच ला दिता है प्रेम ना किरत करिए, उहदे हुक्म चलीए। देखी गया ज्यों हर प्रभ मेरे पाया, चलना तो उसी तरह ही जिवें वाहिगुरू जी नूं चंगा लगदा है, करना भी उही जो वाहिगुरू जी नूं भाउंदा है, क्योंकि हुक्म ही वरता है। इसे करके लगे आपे जंती जंत है प्यारा, जन नानक वजह वजाया। बस असीं इत्थे पहुंची, पातशाह अपना नाम लैके भाई असीं तो उदां हाँ जिवें आवाज़ा है ना, जंती जंत है प्यारा, जिवें आवाज़ा है, आवाज़ा वजाउण वाले नूं पता असीं की वजाउणा है, किहड़ी सुरा वजाणी, किहड़ा राग वजाणा, आवाज़े ने थोड़ा वजना है, ये तो वजाउण वाले नूं पता है। इसे शरीर एक वाजा है, पौण वाजा वजा रहे, ये तो वजाउण वाले नूं पता है इस शरीर के सदके उन्हें की करना, किवें करना, कित्थे करना, किन्ना चिर करना है। ये वाजा उहदा है, जिन्ना चिर वजाएगा ये वजेगा, जदों अपनी हवा रोक लेगा। ये वाजा जिवें पखा रोक देंदे ने, वाजा लकड़न की ढेर बन जाता है, ये भी पौण का वाजा रोक लेगा तो मिट्टी की ढेरी बन के रह जावांगे। गुरुदेव कृपा कर अरदास करिया करिए, तुम दाते ठाकुर प्रतिपालक, नायक खसम हमारे, निमक निमक तुम ही प्रतिपालो, हम बारक तुमरे धारे। तनिक बचन प्रवान करना, भुल चुक दी खिमा, आसीस ते प्यार दिंदे फतेह बुलावना। वाहिगुरू जी का खालसा, वाहिगुरू जी।